थोड़ी पंचे सोहे दर लै जान, पंचा का गुर एक ध्यान, जे को कहे करे विचार, करते कह करने नाई समार, धोल धर्म दया का पूत, संतोख थाप रखिया जिन सूत, जे को बुझे होवै सत्यार, धवलै ऊपर केता भार, धरती होर परै होर होर, तिसते भार तलै कवन जोर, जी जात रंगा के नाव, सबना लिखिया वड़ी कलाम, ये लेखा लिख जाना कोए, लेखा लिखिया केता होए, केता ताण सवालियो रूप, केती दात जाने कौन कूत, कीता पसाओ एको कवाओ, तिसते होए लख दरियाओ, कुदरत कौन कहाँ विचार, वारिया न जावा एक वार, जो तुद भावै साई पलिकार, तू सदा सलामत निरंकार। ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਲਗਾਤਾਰ ਲੜੀਵਾਰ ਕਰਨ ਦਾ ਯਤਨ ਕਰ ਰਹੇ ਹਾਂ। ਇਸੇ ਲੜੀ ਦੇ ਵਿੱਚ 15 ਪੌੜੀਆਂ ਤੱਕ ਦੀ ਵਿਚਾਰ ਜੋ ਅਸੀਂ ਸਾਂਝੀ ਕਰ ਚੁੱਕੇ ਹਾਂ। ਅੱਜ 16ਵੀਂ ਪੌੜੀ ਦੀ ਵਿਚਾਰ ਸਾਂਝੀ ਕਰੀਏ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪ ਬਾਣੀ ਨੂੰ ਜਿਸ ਗੱਲ ਤੇ ਆਧਾਰ ਤੇ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਹੈ ਹੁਕਮ। ਹੁਕਮ ਨੂੰ ਜਿਹੜਾ ਹੈ ਉਹ ਆਧਾਰ ਮੰਨ ਕੇ, ਹੁਕਮ ਉਹ ਰੱਬੀ ਨਿਯਮ, ਲਾਜ਼ ਆਫ ਨੇਚਰ, ਉਹ ਉਸ ਨੂੰ ਆਧਾਰ ਮੰਨ ਕੇ ਅਸੀਂ ਸਾਰੇ ਬਾਣੀ ਨੂੰ ਉਸ ਨੂੰ ਸਮਝਣ ਦਾ ਜਿਹੜਾ ਯਤਨ ਕਰ ਰਹੇ ਹਾਂ। ਕਿਉਂਕਿ ਜਿਹੜਾ ਸਵਾਲ ਸੀ ਨਾ ਸਭ ਤੋਂ ਪਹਿਲੇ, ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟਾ ਪਾਲ, ਅਤੇ ਉਹਦਾ ਜਵਾਬ ਜਿਹੜਾ ਸੀ ਨਾ ਉਹ ਇਹ ਸੀ ਕਿ ਹੁਕਮ ਰਜ਼ਾਈ ਚੱਲਣਾ। ਸਚਿਆਰਾ ਹੋਣਾ, ਕੂੜ ਦੀ ਪਾਲ ਟੁੱਟਣੀ, ਇਹ ਜ਼ਿੰਦਗੀ ਦਾ ਇੱਕ ਮਨੋਰਥ ਹੈ। ਔਰ ਉਸ ਮਨੋਰਥ ਨੂੰ ਹਾਸਲ ਕਰਨ ਦਾ ਜਿਹੜਾ ਇੱਕੋ ਇੱਕ ਤਰੀਕਾ ਹੈ ਉਹ ਹੈ ਹੁਕਮ ਰਜ਼ਾਈ ਚੱਲਣਾ। ਔਰ ਹੁਕਮ ਦੀ ਜਿਹੜੀ ਗੱਲ ਜਿੱਥੋਂ ਸ਼ੁਰੂਆਤ ਹੋਈ ਹੈ ਜਪ ਬਾਣੀ ਦੀ, ਅਤੇ ਜਦੋਂ ਇਹ ਕਿਹਾ ਨਾ ਕਿ ਹੁਕਮ ਰਜ਼ਾਈ ਚੱਲਣਾ, ਅਤੇ ਨਾਲ ਦੇ ਨਾਲ ਫਿਰ ਅੱਗੇ ਵੀ ਉਹਦੀ ਐਕਸਪਲੇਨੇਸ਼ਨ ਦਿੱਤੀ ਹੈ ਕਿ ਹੁਕਮ ਹੁੰਦਾ ਕੀ ਹੈ, ਹੁਕਮ ਵਰਤਦਾ ਕਿਵੇਂ ਹੈ। ਪੌੜੀ ਦਰ ਪੌੜੀ ਹੈ ਜਿਹੜੀ ਹੈ, ਸਟੈਪ ਬਾਏ ਸਟੈਪ ਅਸੀਂ ਪਿਛਲਾ ਅਸੀਂ ਸਾਰਾ ਸਮਝ ਰਿਹਾ ਕਿ ਇੱਕ ਇੱਕ ਪੌੜੀ ਦਰ ਪੌੜੀ ਜਿਹੜੀ ਹੈ ਇਹ ਗੱਲ ਚੱਲਦੀ ਪਈ ਹੈ। ਫਿਰ ਉਸ ਤੋਂ ਬਾਅਦ ਹੁਕਮ ਨੂੰ ਸੁਣਨ ਦੀ ਗੱਲ ਸੀ, 4 ਪੌੜੀਆਂ ਅਸੀਂ ਸਮਝੀਆਂ ਸੀ, ਸੁਣੀਆਂ ਦੀਆਂ। ਫਿਰ ਉਸ ਤੋਂ ਬਾਅਦ ਉਸ ਹੁਕਮ ਨੂੰ ਮੰਨਣ ਦੀ ਗੱਲ ਸੀ, ਮੰਨੈ ਸੁਰਤ ਹੋਵੇ ਮਨ ਬੁੱਧ। ਔਰ ਉਸ ਹੁਕਮ ਨੂੰ ਮੰਨਣ ਦੀ ਜਿਹੜੀ ਗੱਲ ਅਸੀਂ ਪਿਛਲੀ ਵਾਰੀ ਅਸੀਂ ਸਮਝੀ ਸੀ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ। ਉਸ ਹੁਕਮ ਨੂੰ ਮੰਨਣ ਵਾਲਾ ਦਾ ਜਿਹੜਾ ਅਵਸਥਾ ਜਿਹੜੀ ਹੈ, ਜੇ ਕੋ ਮਨ ਜਾਣਾ ਮਨ ਕੋਏ, ਉਸ ਇੱਕੋ ਪੰਕਤੀ ਦੇ ਵਿੱਚ 2 ਵਾਰੀ ਮਨ ਆਇਆ। ਇੱਕ ਵਾਰੀ ਮਨ ਦੇ ਉੱਪਰ ਟਿੱਪੀ ਲੱਗੀ ਹੈ, ਭਾਵ ਉਹ ਮੰਨਣ ਦੇ ਨਾਲ ਉਹਦਾ ਸੰਬੰਧ ਹੈ। ਦੂਸਰਾ ਮਨ ਜਿਹੜਾ ਹੈਗਾ ਉਹ ਮਨ ਦੇ ਨਾਲ ਹੈ ਆਪਣੇ। ਜਿਹੜਾ ਉਸ ਹੁਕਮ ਨੂੰ ਮੰਨਣਾ ਸ਼ੁਰੂ ਕਰਦਾ ਹੈ ਉਹ ਮਨ ਕੋਏ, ਭਾਵ ਉਹ ਇੱਕ ਯੂਨੀਕ ਪਰਸਨੈਲਿਟੀ, ਵਿਰਲਾ ਬਣ ਜਾਂਦਾ। ਸੋ ਅੱਜ ਦੀ ਜਿਹੜੀ ਪੌੜੀ ਹੈ 16ਵੀਂ ਪੌੜੀ, ਇਹਦੀ ਅਸੀਂ ਇਹ ਵੀ ਸਮਝਦੇ ਹਾਂ ਕਿ ਪੌੜੀ ਨੂੰ ਅਸੀਂ ਆਖਰੀ ਪੰਕਤੀ ਨੂੰ ਅਸੀਂ ਪੜ੍ਹ ਕੇ ਅਤੇ ਫਿਰ ਅਸੀਂ ਪੂਰੀ ਪੌੜੀ ਨੂੰ ਸਮਝਣ ਦਾ ਯਤਨ ਕਰਦੇ ਹਾਂ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਹੁਕਮ ਬੇਅੰਤ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕੁਦਰਤ ਕਵਣ ਕਹਾਂ ਵਿਚਾਰ, ਉਹਦੀ ਵਿਚਾਰ ਤੋਂ ਭਾਵ ਹੈ ਨਹੀਂ ਕਿ ਵਿਚਾਰ ਨਹੀਂ ਕਰਨੀ, ਵਿਚਾਰ ਦਾ ਭਾਵ ਹੈ ਕਿ ਪੂਰੀ ਤਰ੍ਹਾਂ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਹਾਂ ਵਿਚਾਰ, ਬਸ ਇੱਕੋ ਇੱਕ ਤਰੀਕਾ ਹੈਗਾ ਸਰੈਂਡਰ ਕਰ ਦੇਣਾ। ਵਾਰਿਆ ਨਾ ਜਾਵਾਂ ਇੱਕ ਵਾਰ, ਬਸ ਮੈਂ ਉਹਦੇ ਅੱਗੇ ਸਰੈਂਡਰ ਹੀ ਕਰ ਸਕਦਾ। ਉਹਨੂੰ ਇਹ ਕਹਾਂ ਕਿ ਮੈਂ ਪੂਰਾ ਨਿਯਮ, ਪੂਰਾ ਹੁਕਮ, ਪੂਰਾ ਸਿਸਟਮ ਜਿਹੜਾ ਹੈ ਦੁਨੀਆ ਦਾ, ਆਕਾਸ਼ ਬ੍ਰਹਮੰਡ ਤਾਰੇ, ਪਤਾ ਨਹੀਂ ਕਿੰਨਾ ਕਿੰਨਾ ਪਾਣੀ 'ਚ ਪਤਾਲ ਆਕਾਸ਼, ਪਤਾ ਨਹੀਂ ਦੁਨੀਆ ਦਾ ਸਾਰਾ ਸਿਰਫ ਮੇਰੀ ਸਮਝ 'ਚ ਆ ਜਾਏ, ਇਹ ਇੰਪੋਸੀਬਲ ਹੈ। ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕੋਈ ਉਹਨੂੰ ਅਗਰ ਦਾਅਵਾ ਕਰਦਾ ਹੈ ਕਿ ਮੈਨੂੰ ਸਭ ਕੁਝ
ਰੱਬੀ ਦਾ ਨਿਯਮ, ਉਹ ਸਾਰਾ ਹੁਕਮ ਸਮਝ ਆ ਗਿਆ, ਤੇ ਇਹ ਸਿਰਫ ਤੇ ਸਿਰਫ ਝੂਠ ਬੋਲਦਾ, ਹੋਰ ਕੋਈ ਇਸ ਤੋਂ ਵੱਡੀ ਗੱਲ ਨਹੀਂ ਹੈਗੀ। ਜੇ ਗੁਰੂ ਨਾਨਕ ਸਾਹਿਬ ਇਹ ਕਹਿ ਰਹੇ ਨੇ ਕਿ ਵਸੁਧ ਕਾਗਦ ਵਨਰਾਜ ਕਲਮਾ ਲਿਖਣ ਕੋ ਹੋਏ ਪਵਨ, ਕਹਿੰਦੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿੱਤਾ ਜਾਏ ਔਰ ਸਾਰੀ ਜਿੰਨੀ ਵਨਸਪਤ ਹੈ ਉਹਨੂੰ ਕਲਮ ਬਣਾ ਦਿੱਤਾ ਜਾਏ, ਔਰ ਲਿਖਣ ਵਾਲਾ ਕੌਣ ਹੋਏ ਕਿ ਤੇ ਜਿਹੜੀ ਹਵਾ ਹੈ ਨਾ ਇਹ ਲਿਖਣਾ ਸ਼ੁਰੂ ਕਰੇ, ਆ ਇਨਸਾਨ ਨਹੀਂ। ਵਸੁਧ ਕਾਗਦ ਵਨਰਾਜ ਕਲਮਾ ਲਿਖਣ ਕੋ ਹੋਏ ਪਵਨ, ਬੇਅੰਤ ਅੰਤ ਨਾ ਪਾਈ ਜਾਇਆ ਗਹੀ ਨਾਨਕ ਚਰਣਾ ਸਰਣ। ਬਸ ਮੈਂ ਤੇ ਉਹਦੀ ਚਰਨ, ਉਹਦੀ ਸਰਣ ਦੇ ਵਿੱਚ ਜਾ ਸਕਦਾ, ਉਹਨੂੰ ਮੈਂ ਬਿਆਨ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਦਾ ਇਹ ਕਹਿਣਾ ਹੈ। ਕੋਈ ਡੇਰੇਦਾਰ ਕੋਈ ਹੋਰ ਬੈਠਾ ਕਹਿੰਦਾ ਹੈ ਕਿ ਮੈਂ ਸਾਰਾ ਸਮਝ ਲਿਆ, ਮੈਂ ਸਭ ਕੁਝ ਪਤਾ ਲੱਗ ਗਿਆ, ਤੇ ਇਹ ਅਸੀਂ ਸਮਝ ਸਕਦੇ ਹਾਂ ਕਿ ਉਹ ਕਿੰਨਾ ਵੱਡਾ ਫਰਾਡ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਭਾਉਂਦਾ, ਜੋ ਤੇਰਾ ਸਿਸਟਮ ਹੈ, ਕਾਰ ਉਹੀ ਹੈ ਜਿਹੜਾ ਅਸੀਂ ਸਭ ਤੋਂ ਪਹਿਲੇ ਪੜ੍ਹ ਕੇ ਆਏ ਹਾਂ, ਇੱਕ ਓਂਕਾਰ ਨਿਯਮ, ਜੋ ਕੀਤਾ ਹੋਇਆ ਉਹਦਾ। ਕਾਰ ਤੋਂ ਮਤਲਬ ਹੀ ਹੁੰਦਾ ਕਿ ਕਿਸੇ ਦਾ ਕਰਨਾ, ਜਿਹਨੂੰ ਅਸੀਂ ਕਹਿੰਦੇ ਨੇ, ਜਿਵੇਂ ਅਸੀਂ ਮੂਰਤੀਕਾਰ ਕਹਿੰਦੇ ਹਾਂ, ਮੂਰਤੀਆਂ ਨੂੰ ਬਣਾਉਣ ਵਾਲਾ, ਮੂਰਤੀਆਂ ਦਾ ਕੰਮ ਕਰਨ ਵਾਲਾ ਮੂਰਤੀਕਾਰ। ਜਿਸ ਤਰ੍ਹਾਂ ਕਾਸ਼ਤਕਾਰ, ਲੱਕੜ ਦਾ ਕੰਮ ਕਰਨ ਵਾਲਾ, ਸ਼ਿਲਪਕਾਰ, ਚਿੱਤਰਕਾਰ ਜੋ ਚਿੱਤਰ ਬਣਾਉਂਦਾ, ਉਹ ਕੰਮ ਜਿਹੜਾ ਜੋ ਤੁਧ ਭਾਵੈ ਸਾਈ ਭਲੀਕਾਰ, ਜਿਹੜਾ ਤੇਰਾ ਕੰਮ ਹੈ ਨਾ, ਜਿਹੜਾ ਤੇਰਾ ਹੁਕਮ ਹੈ, ਜਿਹੜਾ ਤੇਰਾ ਨਿਯਮ ਹੈ, ਸਾਈ ਭਲੀਕਾਰ, ਉਹ ਭਲਾ ਹੈ, ਉਹ ਵਧੀਆ, ਉਹ ਠੀਕ ਹੈ, ਪਰਫੈਕਟ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਉਹ ਨਿਯਮ ਜਿਹੜਾ ਹੈ, ਉਹ ਰੱਬੀ ਹੁਕਮ ਜਿਹੜਾ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਜੋ ਅਸੀਂ ਪਹਿਲੇ ਵੀ ਪੜ੍ਹ ਕੇ ਆਏ ਹਾਂ। ਇਹ ਵੀ ਪਹਿਲੇ ਪੜ੍ਹ ਕੇ ਆਏ ਜਦੋਂ ਅਸੀਂ ਪਹਿਲੇ ਮੂਲ ਮੰਤਰ ਜਿਸ ਪੜ੍ਹਿਆ ਸੀ, ਅਕਾਲ ਮੂਰਤ, ਸਾਰਾ ਪਹਿਲੇ ਸਾਰਾ ਸਮਝਾਇਆ ਹੋਇਆ ਹੈ। ਉਹ ਹੁਣੇ ਅੱਗੇ ਉਹਦੀ ਡਿਟੇਲ, ਉਹਦੀ ਅੱਗੇ ਤੋਂ ਅੱਗੇ ਉਹਦੇ ਕਈ ਐਂਗਲ ਤੋਂ ਸਮਝਾਇਆ ਹੋਇਆ। ਹੁਣ ਉਹ ਜਿਹੜਾ ਮਨ ਕੋਏ, ਜਿਹਦੀ ਅਸੀਂ ਪਹਿਲੇ ਗੱਲ ਕੀਤੀ ਹੈ, ਜੇ ਕੋ ਮਨ ਜਿਹੜੇ ਉਹ ਯੂਨੀਕ ਹੈ, ਜਿਹੜਾ ਵਿਰਲਾ ਮਨ ਜਿਹੜਾ, ਉਹਨੂੰ ਇੱਕ ਸਮਝ ਆਉਣੀ ਸ਼ੁਰੂ ਹੋਈ ਜਦੋਂ ਵਿਰਲਾ ਤਾਂ ਹੀ ਬਣਿਆ ਨਾ ਕਿ ਉਹਨੂੰ ਕੁਝ ਸਮਝ ਆਇਆ, ਦੁਨੀਆ ਤੋਂ ਹਟ ਕੇ ਤਾਂ ਹੀ ਉਹਦਾ ਯੂਨੀਕ ਪਰਸਨੈਲਿਟੀ ਤਾਂ ਹੀ ਬਣੀ ਨਾ, ਕਿ ਉਹਨੂੰ ਦੁਨੀਆ ਤੋਂ, ਆਮ ਲੋਕਾਂ ਤੋਂ ਕੁਝ ਵੱਖਰਾ ਉਹਨੂੰ ਸਮਝ ਆਉਣੀ ਸ਼ੁਰੂ ਹੋਈ। ਹੁਣ ਸਮਝ ਕੀ ਆਉਣੀ ਸ਼ੁਰੂ ਹੋਈ, ਉਹਦਾ ਹੌਲੇ ਹੌਲੇ ਉਹਦਾ ਜ਼ਿਕਰ ਜਿਹੜਾ ਸਾਨੂੰ ਇਹਦੇ 'ਚ ਪਤਾ ਲੱਗੇਗਾ ਕਿ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੈ ਭਾਵੈ ਦਰਗਾਹ ਮਾਨ। ਪੰਜ ਤੋਂ ਭਾਵ ਹੈ ਉਹ ਸੁਪਰੀਮ। ਪੰਜ ਆਮ ਵੀ ਹੋਗਾ, ਪੰਜ ਨੂੰ ਕਹਿੰਦੇ ਸੁਪਰੀਮ ਕੀ ਹੈ? ਸੁਪਰੀਮ ਕੇਵਲ ਤੇ ਕੇਵਲ ਗੁਣਾਂ ਨੂੰ ਕਿਹਾ ਜਾਂਦਾ। ਸੰਸਾਰ ਦੇ ਸਭ ਤੋਂ ਸੁਪਰੀਮ ਚੀਜ਼, ਸਭ ਤੋਂ ਉੱਚੀ ਚੀਜ਼ ਇਨਸਾਨੀ ਗੁਣ ਹੀ ਹੈਗੇ। ਉਹ ਰੱਬੀ ਗੁਣਾਂ ਨੂੰ ਜਿਹੜਾ ਅਪਣਾਉਂਦਾ ਨਾ, ਉਹ ਗੁਣ ਸਭ ਤੋਂ ਸੁਪਰੀਮ ਹੈਗੇ ਨੇ। ਉਹ ਪੰਜ ਨੇ, ਉਹ ਪੰਜ ਉਹੀ ਪ੍ਰਵਾਨ ਹੁੰਦੇ ਨੇ, ਉਹੀ ਪੰਜ ਪ੍ਰਵਾਨ, ਪੰਜ ਪ੍ਰਧਾਨ, ਉਹੀ ਸਭ ਤੋਂ ਸਿਰਮੌਰ ਹੈ, ਉਹਨਾਂ ਦੀ ਹੀ ਐਕਸੈਪਟੈਂਸ ਹੈ। ਅਸੀਂ ਹਸਪੀਟਲ ਜਾਓ ਨਾ, ਲੋਕੀ ਆਮ ਦੇਖੋ ਨਾ, ਡਾਕਟਰ ਕੋਈ ਨਿਕਲੇ ਨਾ ਤੇ ਲੋਕੀ ਇੰਝ ਹੱਥ ਜੋੜ ਕੇ ਖੜੇ ਹੁੰਦੇ ਡਾਕਟਰ ਦੇ ਅੱਗੇ। ਉਹ ਡਾਕਟਰ ਜਦੋਂ ਬਣਦਾ ਹੈ, ਕੋਈ ਵੀ ਇਨਸਾਨ ਜਿਹੜਾ ਪਹਿਲੇ ਪੜ੍ਹਦਾ ਹੈ, ਬੱਚਾ ਹੁੰਦਾ, ਉਸ ਤੋਂ ਅੱਗੇ ਪੜ੍ਹਦਾ, ਜਦੋਂ ਡਾਕਟਰ ਬਣ ਜਾਂਦਾ ਕੀ ਉਹਦੇ ਕੋਈ ਵੱਖਰਾ ਉਹਦੇ ਸਰੀਰ 'ਚ ਚੇਂਜ ਆਉਂਦਾ, ਉਹਦੀ ਕੋਈ ਕਲਗੀ ਲੱਗ ਜਾਂਦੀ ਹੈ, ਕੋਈ ਉਹਦੇ ਹੱਥ ਪੈਰ ਵੱਖਰੇ ਹੋ ਜਾਂਦੇ ਨੇ? ਨਹੀਂ, ਉਹ ਡਾਕਟਰ ਦਾ ਜਿਹੜਾ ਗੁਣ ਹੈ ਨਾ, ਉਹਦੇ ਅੰਦਰ ਆ ਜਾਂਦਾ। ਡਾਕਟਰੀ ਦਾ ਗੁਣ ਜਿਹੜਾ, ਉਸ ਡਾਕਟਰੀ ਦੇ ਉਸ ਕਾਬਲੀਅਤ ਨੂੰ ਹੱਥ ਜੋੜਦੇ ਪਏ ਨੇ, ਨਾ ਕਿ ਉਹਦੇ ਸਰੀਰ ਨੂੰ। ਮਤ ਜਾਣੀਏ ਕਿ ਉਸ ਡਾਕਟਰ ਦੇ ਉਸ ਸਰੀਰ, ਅਗਰ ਉਹਦੇ ਅੰਦਰ ਉਹੀ ਸਰੀਰ, ਉਹੀ ਸ਼ਕਲ ਸੂਰਤ, ਉਹੀ ਕੱਦ ਕਾਠੀ ਸਭ ਕੁਝ ਹੈਗਾ, ਉਹਦੇ ਅੰਦਰ ਉਹ ਕਾਬਲੀਅਤ ਨਹੀਂ ਹੈ, ਉਹ ਗੁਣ ਨਹੀਂ ਹੈ ਡਾਕਟਰੀ ਵਾਲਾ, ਕੋਈ ਉਹਦੇ ਅੱਗੇ ਹੱਥ ਨਹੀਂ ਜੋੜਦਾ, ਫਿਰ ਤੁਰਿਆ ਫਿਰਦਾ। ਪ੍ਰਧਾਨ ਉਹਦੀ ਗੁਣ ਹੈ, ਉਹਦੀ ਕਾਬਲੀਅਤ ਹੈ, ਨਾ ਕਿ ਉਹਦਾ ਸਰੀਰ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੈ ਭਾਵੈ ਦਰਗਾਹ ਮਾਨ। ਦਰਗਾਹ ਦੇ ਵਿੱਚ ਵੀ ਜੇ ਤੇਰੇ ਕੋਲ ਗੁਣ ਨੇ ਨਾ, ਤੇ ਅੰਦਰਲੀ ਰੱਬੀ ਦਰਗਾਹ ਦੇ ਵਿੱਚ ਉਹੀ ਪ੍ਰਵਾਨ ਹੈ। ਦਰਗਾਹ ਭਾਵ ਕੋਈ ਮਰਨ ਤੋਂ ਬਾਅਦ ਦੀ ਦਰਗਾਹ ਦੀ ਗੱਲ ਨਹੀਂ ਹੈ, ਆਪਣੇ ਅੰਤਰ ਆਤਮਾ ਦੇ ਵਿੱਚ ਵੀ ਨਹੀਂ। ਜਿਹੜਾ ਬੰਦੇ ਕੋਲ ਗੁਣ ਕੁਆਲਿਟੀ ਨੇ ਨਾ, ਉਹ ਆਪਣੀ ਅੰਤਰ ਆਤਮਾ ਵਿੱਚ, ਆਪਣੀ ਦਰਗਾਹ ਦੇ ਵਿੱਚ ਵੀ ਆਪਣੀ ਨਜ਼ਰਾਂ ਤੋਂ ਆਪ ਹੀ ਉੱਠਿਆ ਹੁੰਦਾ, ਉਹਨੂੰ ਇੱਕ ਕੌਨਫੀਡੈਂਸ ਆਉਂਦਾ। ਵਰਨਾ ਦਰਗਾਹ ਦਾ ਕੋਈ ਐਸਾ ਸਾਨੂੰ ਇਹ ਵੀ ਭੁਲੇਖਾ ਪਾਇਆ ਜਦੋਂ ਅਸੀਂ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ, ਜੋ ਠਾਕੁਰ ਸਦ ਸਦਾ ਹਜ਼ੂਰੇ ਤਾਂ ਕੋ ਅੰਧਾ ਜਾਣਤ ਦੂਰੇ। ਜਿਹੜਾ
ਉਹ ਠਾਕੁਰ ਸਦਾ ਹਮੇਸ਼ਾ ਹਜ਼ੂਰ ਹੈ, ਇੱਥੇ ਐਟ ਪ੍ਰੈਜ਼ੈਂਟ ਹੈਗਾ। ਉਹਨੂੰ ਕੋਈ ਕਹੇ ਨਾ ਕਿ ਦੂਰ ਰਹਿੰਦਾ, ਉਹ ਅੰਧਾ ਨੂੰ ਕਿਹਾ, ਤਾਂ ਕੋ ਅੰਧਾ ਜਾਨੋ ਦੂਰ ਹੈ। ਜਾਂ ਕਿ ਟਹਿਲ ਪਾਵੇ ਦਰਗਾਹ ਮਾਨ। ਹੁਣ ਟਹਿਲ ਕਿੱਥੇ ਕਰਨੀ ਹੈ? ਫਿਰ ਉਹਦੀ ਸੇਵਾ ਕਰਨੀ ਹੈ, ਤੇ ਉਹ ਜਦ ਕਿਹਾ ਇੱਥੇ ਹੀ ਹੈ, ਤੇ ਦਰਗਾਹ ਫਿਰ ਕਿਤੇ ਹੋਰ ਨਹੀਂ ਹੋ ਸਕਦੀ। ਜਾਂ ਕਿ ਟਹਿਲ ਪਾਵੇ ਦਰਗਾਹ ਮਾਨ, ਤਿਸੇ ਬਿਸਾਰੇ ਮੁਗਧ ਅਜਾਨ। ਸੋ ਦਰਗਾਹ ਦਾ ਭਾਵ ਕੇਵਲ ਤੇ ਕੇਵਲ ਇੱਥੇ ਐਟ ਪ੍ਰੈਜ਼ੈਂਟ ਅਤੇ ਅਨੇਕ ਯਤਨ ਕਰ ਆਤਮ ਨਹੀਂ द्रव है। ਜੇ ਅੰਦਰੋਂ द्रवदा नहीं ना, हर दरगाह को कैसे गवे। ਜਿਹਦੇ ਅੰਦਰ ਗੁਣ ਕੁਆਲਿਟੀ ਨਹੀਂ ਆਈ, ਉਹ ਦਰਗਾਹ ਜਾ ਹੀ ਨਹੀਂ ਸਕਦਾ। ਸੋ ਦਰਗਾਹ ਦੇ ਵਿੱਚ ਵੀ ਜਿਹੜੀ ਹੈ ਨਾ, ਉਹ ਉਹੀ ਪ੍ਰਵਾਨ ਹੈ, ਪੰਚਾ ਸੋਹੇ ਦਰ ਰਾਜਾਨ। ਉਸ ਰਾਜਾਨ ਦੇ ਦਰ ਦੇ ਉੱਤੇ ਉਹ ਸੋਹੰਦਾ, ਉਹ ਕੇਵਲ ਤੇ ਕੇਵਲ ਗੁਣ ਹੀ ਸੌਂਦੇ ਨੇ ਉਹਦੇ ਤੇ। ਪੰਚਾਂ ਕਾ ਗੁਰ ਏਕ ਧਿਆਨ। ਉਹ ਪੰਜ ਜਿਹੜੇ ਨੇ, ਉਹ ਗੁਣ ਨੇ ਜਿਹੜੇ, ਉਹ ਰੱਬੀ ਗੁਣ ਜਿਹੜੇ ਨੇ। ਪੰਚਾਂ ਕਾ ਗੁਰ, ਪੰਚਾਂ ਦਾ ਉਸ ਰੱਬੀ ਗੁਣਾਂ ਦਾ ਗੁਰ ਜਿਹੜਾ, ਉਹਦਾ ਜਿਹੜਾ ਗਿਆਨ ਹੈ, ਭਾਵ ਉਹਦਾ ਜਿਹੜਾ ਟੈਕਨੀਕ ਹੈ, ਉਹ ਕੀ ਹੈਗੀ? ਪੰਚਾਂ ਕਾ ਗੁਰ ਏਕ ਧਿਆਨ। ਉਹ ਇੱਕ ਵੱਲ ਧਿਆਨ ਦਵਾਉਂਦੇ ਨੇ। ਇੱਕੋ ਗੁਰ ਮਿਲਦਾ ਉੱਥੇ ਕਿ ਇੱਕ ਵੱਲ ਧਿਆਨ ਹੋਣਾ ਚਾਹੀਦਾ ਤੇਰਾ। ਇੱਕ ਕੌਣ ਹੈ? ਇੱਕ ਵੀ ਉਹ ਪਹਿਲੇ ਸਮਝਾ ਕੇ ਆਏ ਨੇ, ਇੱਕ ਓਂਕਾਰ। ਉਹੀ ਇੱਕ, ਉਹੀ ਰੱਬੀ ਹੁਕਮ, ਉਹੀ ਨਿਯਮ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕੇ ਕਰਨਾ ਨਾਹੀ ਸੁਮਾਰ। ਇਸ ਗੱਲ ਦੇ ਉੱਤੇ ਜਿਹੜਾ ਜੇ ਕੋ ਕਹਿ ਕਰੈ ਵਿਚਾਰ, ਜਿਹੜਾ ਇਹਦੇ ਤੇ ਵਿਚਾਰ ਕਰੇਗਾ, ਕਹੇਗਾ, ਭਾਵ ਉਹਨੂੰ ਸਮਝੇਗਾ, ਉਹਦੇ ਤੇ ਗੂੜ ਨਜ਼ਰ ਰੱਖੇਗਾ, ਉਹਨੂੰ ਸਮਝੇਗਾ, ਉਹਦੇ ਅੰਦਰ ਬਿਲਕੁਲ ਉਹਦੀ ਸੋਚਣੀ ਸ਼ਕਤੀ ਦੇ ਵਿੱਚ ਉਹਦੇ। ਅਸੀਂ ਆਮ ਤੌਰ 'ਤੇ ਨਾ, ਅਸੀਂ ਸਾਡੇ ਸਾਹਮਣੇ ਆਮਣੇ ਸਾਹਮਣੇ ਇਹ ਨਿਯਮ ਵਰਤਦੇ ਹੁੰਦੇ ਨੇ, ਅਸੀਂ ਕਦੀ ਧਿਆਨ ਨਹੀਂ ਦਿੱਤਾ। ਪਾਰਕ 'ਚ ਵੀ ਅਸੀਂ ਹੋ ਕੇ ਆ ਜਾਂਦੇ ਹਾਂ ਸਵੇਰੇ, ਲੇਕਿਨ ਨਿਕਲ ਕੇ ਦੇਖੋ ਪਾਰਕ ਦੇ ਵਿੱਚੋਂ, ਇੱਕ ਫੁੱਲ ਨੂੰ ਦੇਖਣ ਬੈਠੋ ਨਾ ਤੁਸੀਂ, ਤੇ ਪਤਾ ਨਹੀਂ ਕਿਤਨਾ ਨਿਯਮ ਸਾਨੂੰ ਉਹਦੇ 'ਚ ਹੈਰਾਨ ਕਰ ਦੇਣ ਵਾਲਾ ਹੈ। ਪਤਾ ਨਹੀਂ ਕਿਸਾਂ ਵੀ ਥੱਲੋਂ ਕਿਹੜਾ ਕੀ ਸੀ ਦੇ ਅੰਦਰ ਨਾਲ ਉਹਦਾ ਲੱਗਿਆ ਹੋਇਆ, ਕਿਸੇ ਹੋਰ ਰੰਗ ਦਾ, ਉਸੀ ਮਿੱਟੀ 'ਚੋਂ ਨਿਕਲਿਆ ਹੋਇਆ, ਉਹ ਵੀ ਇਸੀ ਮਿੱਟੀ 'ਚੋਂ ਨਿਕਲਿਆ ਹੈ। ਉਹਦੇ ਰੰਗ ਦਾ ਕਿੰਨਾ ਫਰਕ ਹੈ, ਉਹ ਰੰਗ ਕਿਸ ਤਰ੍ਹਾਂ ਭਰ ਗਏ, ਉਹਦੇ ਅੰਦਰ ਖੁਸ਼ਬੂ ਕਿਸ ਤਰ੍ਹਾਂ ਆ ਗਈ, ਉਹਦੇ ਅੰਦਰ ਹੋਰ ਜਿਹੜੇ ਅਸੀਂ ਕਹਿੰਦੇ ਕਿ ਇਹਦੇ ਅੰਦਰ ਇਹ ਖਾਓ ਤੇ ਇਹਦੇ ਨਾਲ ਇਹ ਠੀਕ ਹੋ ਜਾਂਦਾ, ਇਹ ਬਿਮਾਰੀ ਠੀਕ ਹੋ ਜਾਂਦੀ, ਉਹ ਤੱਤ ਕਿਸ ਤਰ੍ਹਾਂ ਆ ਗਿਆ ਉਹਦੇ ਅੰਦਰ। ਬੜੀਆਂ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਹੈਗੀਆਂ ਉਹਦੇ 'ਚ। ਇੱਕੋ ਮਿੱਟੀ 'ਚੋਂ ਸਭ ਕੁਝ ਨਿਕਲ ਰਿਹਾ। ਸੋ ਨਿਯਮ ਜਿਹੜਾ ਹੈ ਨਾ, ਅਸੀਂ ਉਸ ਨਿਯਮ ਨੂੰ ਜੋ ਅਸੀਂ ਵਾਚਣਾ, ਧਿਆਨ ਦੇਣਾ ਸ਼ੁਰੂ ਕਰਾਂਗੇ ਨਾ, ਜੇ ਕੋ ਕਹੇ ਕਰ ਵਿਚਾਰ, ਕਰਤੇ ਕਿ ਕਰਨ ਨਾ ਹੀ ਸੁਮਾਰ। ਉਹਦਾ ਸੁਮਾਰ, ਉਹਦੀ ਨਾਪ ਤੋਲ ਹੈ ਹੀ ਨਹੀਂ। ਇੱਕ ਛੋਟੀ ਤੋਂ ਛੋਟੀ ਚੀਜ਼ ਵੀ ਅਸੀਂ ਜਿਹੜਾ ਨਾ, ਉਹਦੇ ਨਾ ਹੀ ਉਹਦੇ ਨਾਪ ਤੋਲ 'ਚ ਅਸੀਂ ਕਿਸੇ ਆ ਹੀ ਨਹੀਂ ਸਕਦਾ। ਧੌਲ ਧਰਮ ਦਇਆ ਕਾ ਪੂਤ। ਧੌਲ ਦਾ ਮਤਲਬ ਹੁੰਦਾ, ਧੌਲਾ ਹੁੰਦਾ, ਚਿੱਟਾ ਜਿਹੜਾ ਹੁੰਦਾ। ਇੱਕ ਕਾਲਕ ਹੁੰਦਾ, ਕਾਲਾ ਹੁੰਦਾ, ਇੱਕ ਧੌਲ ਹੁੰਦਾ, ਚਿੱਟਾ। ਧੌਲ ਧਰਮ ਜਿਹੜਾ ਬਿਲਕੁਲ ਚਿੱਟਾ, ਉਹ ਚਿੱਟੇ ਨਾਲ ਦੀ ਤਸਵੀਰ ਦਿੱਤੀ ਹੈ। ਜਿਸ ਤਰ੍ਹਾਂ ਅਧਰਮ ਨੂੰ ਕਾਲਕ ਦੇ ਨਾਲ ਤਸਵੀਰ ਦਿੱਤੀ ਹੋਈ ਹੈ, ਧਰਮ ਨੂੰ ਚਿੱਟੇ ਦੇ ਨਾਲ, ਭਗਤੀ ਨੂੰ ਲਾਲ ਰੰਗ ਦੇ ਨਾਲ, ਆਨੰਦਿਤ ਅਵਸਥਾ ਨੂੰ, ਖੁਸ਼ਹਾਲੀ ਨੂੰ ਹਰੇ ਰੰਗ ਦੇ ਨਾਲ। ਇਸ ਤਰ੍ਹਾਂ ਦਇਆ ਕਾ ਪੂਤ, ਉਸ ਧਰਮ ਦੀ, ਧਰਮੀ ਹੋਣ ਦੀ ਨਿਸ਼ਾਨੀ ਕੀ ਹੈ? ਸਭ ਤੋਂ ਪਹਿਲੀ ਨਿਸ਼ਾਨੀ ਹੈ ਉਹਦੇ ਅੰਦਰ ਇੱਕ ਜੋ ਪੈਦਾ ਹੁੰਦਾ ਨਾ, ਉਹਦੀ ਚੀਜ਼, ਉਹਦੇ ਅੰਦਰ ਇੱਕ ਚੀਜ਼ ਪੈਦਾ ਹੁੰਦੀ ਜਿਹੜੀ ਪੂਤ, ਉਹ ਹੁੰਦੀ ਦਇਆ। ਧਰਮੀ ਦੀ ਸਭ ਤੋਂ ਪਹਿਲੀ ਨਿਸ਼ਾਨੀ ਕਿ ਉਹ ਦਇਆਵਾਨ ਹੋਏ, ਦਿਆਲੂ ਹੋਏ। ਜਿਹੜਾ ਦਿਆਲੂ ਨਹੀਂ ਹੈ ਨਾ, ਜਿਹਦੇ ਅੰਦਰ ਦਇਆ ਨਹੀਂ, ਅਨੇਕ ਯਤਨ ਕਰ ਆਤਮ ਨਹੀਂ द्रव है, ਉਹ ਜਿਹਦੇ ਅੰਦਰ ਦਇਆ ਨਹੀਂ ਆਈ ਨਾ, ਉਹਨੂੰ ਧਰਮੀ ਕਦੀ ਵੀ ਨਹੀਂ ਕਹਿ ਸਕਦਾ। ਭਾਵੇਂ ਉੱਤੋਂ ਜਿੰਨਾ ਮਰਜ਼ੀ ਉਹ ਦਿਖਾਵਾ ਕਰ ਲੇ, ਕੱਪੜੇ ਜਿਹੜੇ ਮਰਜ਼ੀ ਪਾ ਲੇ, ਭਾਵੇਂ ਜਿਹੜੇ ਮਰਜ਼ੀ ਵੇਸ਼-ਭੂਸ਼ਾ ਬਣਾ ਲੇ, ਜਿਹੜੇ ਮਰਜ਼ੀ ਮੰਦਰ, ਮਸਜਿਦ, ਗੁਰਦੁਆਰੇ, ਜਿੱਥੇ ਮਰਜ਼ੀ ਧਾਰਮਿਕ ਸਥਾਨ 'ਤੇ ਜੋ ਮਰਜ਼ੀ ਕਰ ਲੇ, ਜੇ ਅੰਦਰ ਦਇਆ ਨਹੀਂ ਹੈ ਨਾ, ਉਹ ਧਰਮੀ ਦਾ ਜਿਹੜਾ ਹੈ ਉਸ ਕੈਟੇਗਰੀ 'ਚ ਨਹੀਂ ਆ ਸਕਦਾ। ਉਹ ਦਇਆ ਦਾ ਮਤਲਬ ਇਹ ਨਹੀਂ ਕਿ ਕੋਈ ਜਾਨਵਰ ਮਰਦਾ ਪਿਆ, ਜਾਂ ਦਇਆ ਦਾ ਮਤਲਬ ਸਭ ਤੋਂ ਪਹਿਲੇ ਉਹ ਦਇਆ ਆਪਣੇ ਤੇ ਕਰਦਾ, ਆਪਣੇ ਉੱਪਰ ਦਇਆ ਕਰਨੀ ਸ਼ੁਰੂ ਕਰਦਾ ਕਿ ਮੈਂ ਇੰਨਾ ਹਰ ਵੇਲੇ ਕਲਪਦਾ ਰਹਿੰਦਾ, ਹਰ ਵੇਲੇ ਫਰਸਟ੍ਰੇਟਡ ਰਹਿੰਦਾ, ਹਰ ਵੇਲੇ ਪਰੇਸ਼ਾਨ ਰਹਿੰਦਾ, ਮੈਂ ਆਪਣਾ ਕੀ ਕਰਾਂ। ਸਭ ਤੋਂ ਪਹਿਲੇ ਆਪਣੇ ਤੇ ਦਇਆ ਕਰੇਗਾ। ਜੇ ਆਪਣੇ ਤੇ ਦਇਆ ਕਰ ਲਈ ਨਾ, ਆਪ ਖੁਸ਼ ਹੋਏਗਾ, ਆਪ ਆਨੰਦਿਤ ਹੋਏਗਾ, ਆਪ ਠੀਕ ਹੋਏਗਾ ਨਾ, ਫਿਰ ਦੂਜਿਆਂ ਤੇ ਦਇਆ ਕਰ ਸਕਦਾ।
ਆਪ ਹੀ ਅੰਦਰੋਂ ਸੜਿਆ ਬਲਿਆ ਪਿਆ, ਦੂਜੇ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਸੇ ਦੇ ਘਰ, ਜਦ ਤੱਕ ਆਪਣੇ ਆਪ ਨੂੰ ਠੀਕ ਨਹੀਂ ਕਰੇਗਾ। ਸਭ ਤੋਂ ਪਹਿਲੇ ਦਇਆ ਆਪਣੇ ਤੇ, ਫਿਰ ਦੂਜਿਆਂ ਤੇ। ਔਰ ਦਇਆ ਨਹੀਂ ਹੈਗੀ ਨਾ ਜਿੱਥੇ ਉਹ ਮਨ ਦੀ ਧਰਤੀ ਵੀ ਜਿਹੜੀ ਹੈ ਨਾ ਭਾਵੇਂ ਖਰਾਬ ਹੋ ਜਾਂਦੀ ਹੈ, ਔਰ ਜ਼ਮੀਨੀ ਧਰਤੀ ਵੀ, ਦੁਨੀਆ ਦੀ ਵੀ। ਅੱਜ ਦੇਖ ਲਓ, ਦਇਆ ਨਹੀਂ ਹੈ ਜਿੱਥੇ ਸੁਡਾਨ, ਸੀਰੀਆ ਵਰਗੇ ਮੁਲਕ ਖਤਮ ਹੀ ਹੋ ਗਏ ਨੇ, ਨਕਸ਼ਿਆਂ ਤੋਂ ਵੀ ਖਤਮ ਹੋ ਗਏ ਨੇ। ਮਿਆਂਮਾਰ ਦਾ ਵੀ ਇਹੀ ਹਾਲ ਹੋਣ ਵਾਲਾ ਹੈ, ਲਗਭਗ ਉਹੀ ਹੈ। ਉਸੇ ਰਾਹ 'ਤੇ ਤੁਰਿਆ ਆਇਆ ਮਿਆਂਮਾਰ ਵੀ। ਤੁਸੀਂ ਬਰਮਾ ਅਸੀਂ ਦੇਖਦੇ ਪਏ ਉਹਨਾਂ ਦੀ ਕੀ ਹਾਲਤ ਹੈ। ਸਾਡੇ ਆ ਦੇਸ਼ ਦੀ ਵੀ ਇਹੀ ਹਾਲਤ ਹੈ। ਆਉਣ ਵਾਲਾ ਟਾਈਮ ਦੇਖ ਲੈਣਾ, ਅਸੀਂ ਰਾਹ 'ਤੇ ਹੀ ਤੁਰਿਆ ਸੀ। ਦਇਆ ਇੱਥੇ ਵੀ ਖਤਮ ਹੋ ਰਹੀ ਹੈ, ਔਰ ਆਉਣ ਵਾਲਾ ਵਕਤ ਸਾਡਾ ਵੀ ਉਹੀ ਬਣਨ ਵਾਲਾ ਹੈ ਜੋ ਅੱਜ ਇਹਨਾਂ ਮੁਲਕਾਂ ਦਾ ਅਸੀਂ ਦੇਖਦੇ ਪਏ। ਖੈਰ, ਇਹ ਵੱਖਰਾ ਵਿਸ਼ਾ। ਸੋ ਆਪਣੇ ਆਪ ਦੇ ਉੱਤੇ ਦਇਆ ਕਰਨੀ ਸਭ ਤੋਂ ਪਹਿਲੇ ਜ਼ਰੂਰੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਆਪਣਾ ਕਾਰਜ ਆਪ ਸਵਾਰੇ, ਹੋਰ ਨਾ ਕਾਰਜ ਕੋਈ। ਸਭ ਤੋਂ ਪਹਿਲੇ ਆਪਣੇ ਆਪ ਨੂੰ ਸਵਾਰ, ਇਹੀ ਤੇਰਾ ਸਭ ਤੋਂ ਵੱਡਾ ਕਾਰਜ ਹੈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਉਹ ਕੋਈ ਜਿਹੜਾ ਗੁਰਮੁਖ ਹੈ ਨਾ, ਜਿਹੜਾ ਵਿਰਲਾ, ਉਹ ਬੂਝਦਾ ਨਾ, ਉਹਨੂੰ ਸਭ ਤੋਂ ਪਹਿਲੇ ਇਹੀ ਸਮਝ ਆਉਂਦੀ ਹੈ ਕਿ ਇਹ ਕਾਰਜ ਜਿਹੜਾ ਨਾ, ਕੰਮ ਇਹ ਮੈਂ ਹੀ ਕਰਨਾ, ਮੈਂ ਹੀ ਆਪਣੇ ਆਪ ਤੇ ਕਰਨੀ। ਫਿਰ ਆਪਣੇ ਆਪ ਤੇ ਦਇਆ ਕਰਦਾ, ਆਪ ਠੀਕ ਹੁੰਦਾ, ਫਿਰ ਬਾਹਰ ਦੇ ਕੰਮ ਦੇ ਬਾਅਦ ਚ ਹੁੰਦੇ ਨੇ। ਸੰਤੋਖ ਥਾਪ ਰੱਖਿਆ ਜਿਨ ਸੂਤ, ਅੰਦਰ ਸੰਤੋਖ ਥਾਪ ਕੇ ਰੱਖਿਆ। ਸੰਤੋਖ ਆ ਜਾਣਾ ਸਭ ਤੋਂ ਵੱਡਾ ਗੁਣ ਹੈ, ਬੜਾ ਵੱਡਾ ਗੁਣ ਹੈ ਸੰਤੋਖ ਆ ਜਾਣਾ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਨ੍ਹਾਂ ਨੇ ਆਪਣੇ ਆਪ ਨੂੰ ਸੂਤ ਕੀਤਾ। ਸੂਤ ਕਰ ਲੈਣਾ, ਕਹਿੰਦੇ ਨਾ ਵੀ ਸੂਤ ਹੋ ਜਾ, ਸਿੱਧਾ ਕਰ ਲੈਣਾ ਆਪਣੇ ਆਪ ਨੂੰ, ਸੂਤ ਕਰ ਲੈਣਾ। ਜੇ ਕੋ ਬੁਝੈ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਜੇ ਕੋ ਬੁਝੇ, ਜਿਹੜਾ ਬੁਝੇਗਾ ਉਹ ਸਚਿਆਰ ਹੋਏਗਾ। ਪਹਿਲੇ ਕੁਐਸਚਨ ਆਈ ਸੀ ਨਾ ਕਿ ਸਚਿਆਰਾ ਹੋਈ ਹੈ, ਕੀ ਫਿਰ ਕੂੜੇ ਟੁੱਟੇ ਪਾਲ। ਇਹ ਹੁਣ ਅੱਗੇ ਅੱਗੇ ਉਹਦੀ ਤਰੀਕੇ ਦੱਸੇ ਜਾ ਰਹੇ ਨੇ। ਇਹ ਸਾਰੀਆਂ ਚੀਜ਼ਾਂ ਜੇ ਕੋ ਬੁਝੈ, ਜਿਹੜਾ ਉਹਨੂੰ ਬੁਝੇਗਾ ਉਹ ਸਚਿਆਰ ਹੋ ਸਕਦਾ, ਹੋਵੇ ਸਚਿਆਰ। ਧਵਲੇ ਉੱਪਰ ਕੀਤਾ ਭਾਰ, ਉਹਨੂੰ ਪਤਾ ਲੱਗਦਾ ਕਿ ਮੇਰੇ ਮਨ ਦੀ ਧਰਤੀ ਹੈ ਨਾ ਜਿਹੜੀ, ਇਹਦੇ ਤੇ ਭਾਰ ਕਿਹੜਾ ਕਿਹੜਾ ਪਿਆ ਹੋਇਆ। ਆਪਣੇ ਭਾਰ ਨੂੰ ਆਪ ਚੈੱਕ ਕਰ ਸਕਦਾ। ਫਿਰ ਜਦੋਂ ਇਹ ਨਿਯਮ, ਇਹ ਰੱਬੀ ਨੂੰ ਹੁਕਮ ਸਮਝ ਆਉਂਦਾ ਨਾ, ਉਹਨੂੰ ਪਤਾ ਕਿ ਮੇਰੇ ਬੋਝ ਕਿਹੜਾ ਮੇਰੇ ਮਨ ਦੇ ਉੱਤੇ, ਕਿਸ ਤਰ੍ਹਾਂ ਮੈਂ ਆਪਣੇ ਬੋਝ ਲਾਣਾ ਦੇ ਬਾਅਦ ਦੀ ਗੱਲ ਹੈ। ਪਹਿਲੇ ਆਇਡੈਂਟੀਫਾਈ ਤੇ ਕਰੇਗਾ ਨਾ ਮੇਰੇ ਮਨ ਤੇ ਬੋਝ ਕਿਹੜੇ ਕਿਹੜੇ ਹੈਗੇ। ਧਵਲੇ ਉੱਪਰ ਕੀਤਾ ਭਾਰ, ਕਿਹੜਾ ਭਾਰ ਪਿਆ ਹੋਇਆ ਮੇਰੇ ਤੇ। ਅਬ ਬਜ਼ੁਰਗਾਂ ਨੂੰ ਮੈਂ ਦੇਖਦਾ ਹੁੰਦਾ ਉਹਨਾਂ, ਤੁਸੀਂ ਜਿਹੜੇ ਬਿਲਕੁਲ ਮਤਲਬ ਆਖਰੀ ਦਿਨਾਂ ਦੇ ਵਿੱਚ ਹੈਗੇ ਨਾ, ਉਹਨਾਂ ਦੇ ਮਨ ਤੇ ਬੜਾ ਭਾਰ ਹੁੰਦਾ। ਉਹਨਾਂ ਨੂੰ ਕਹੋ ਨਾ ਮੌਤ ਤੋਂ ਡਰਦੇ ਹੋ, ਕਹਿੰਦੇ ਨਹੀਂ ਮਰਨ ਤੋਂ ਨਹੀਂ ਡਰਦੇ। ਉਹ ਮਨ ਦੇ ਜਿਹੜੇ ਭਾਰ ਪਏ ਨੇ ਨਾ, ਕਿ ਸਾਰੀ ਜ਼ਿੰਦਗੀ ਐਵੇਂ ਗਵਾਈ, ਬਸ ਅਜਿਹਾ ਹੀ ਗਈ ਸਾਰੀ ਜ਼ਿੰਦਗੀ, ਕੁਛ ਨਹੀਂ ਕਰ ਪਾਏ। ਬੜਿਆਂ ਦੇ ਬਜ਼ੁਰਗਾਂ ਦੇ ਮੈਂ ਮਤਲਬ ਉਹਨਾਂ ਦੇ ਨੇੜੇ ਬੈਠ ਕੇ ਦੇਖੋਗੇ ਨਾ, ਉਹਨਾਂ ਨੂੰ ਇਹੀ ਪਛਤਾਵਾ ਹੁੰਦਾ, ਬਸ ਇੰਝ ਹੀ ਸਾਰੀ ਜ਼ਿੰਦਗੀ ਬਸ ਇੱਧਰ ਉੱਧਰ ਹੀ ਲੱਗੇ ਰਿਹਾ, ਕਰ ਲਓ ਇੰਨਾ ਕਮਾ ਲਓ, ਜੋੜ ਲਓ, ਬੱਚਿਆਂ ਦਾ ਕਰ ਲਓ, ਉਹ ਕਰ ਲਓ ਕਰਦੇ ਪਤਾ ਨਹੀਂ ਲੱਗਾ ਕਦੋਂ ਜ਼ਿੰਦਗੀ ਦੇ ਆਖਰੀ ਦਿਨ ਆ ਗਏ। ਉਹ ਇੰਨਾ ਭਾਰ ਰਹਿੰਦਾ ਉਹਨਾਂ ਦੇ ਨਾਲ। ਉਹ ਤਬਲੇ ਉੱਪਰ ਕੀਤਾ ਭਾਰ। ਹੁਣ ਇਹ ਪਹਿਲੇ ਸਮਝ ਆ ਜਾਏ ਤਾਂ ਛੁੱਟ ਸਕਦਾ ਉਸ ਤੋਂ। ਸਮਝ ਤਾਂ ਆਏਗੀ ਜਦੋਂ ਨਿਯਮ ਰੱਬੀ ਹੁਕਮ ਸਮਝ ਆਏ। ਉਦੋਂ ਸਮਝ ਲਿਆ ਤੇ ਫਿਰ ਖਤਮ ਕਰਤੇ ਕੁਛ, ਫਿਰ ਤੇ ਗੋਡੇ ਨਹੀਂ ਤੁਰਦੇ। ਧਰਤੀ ਹੋਰ ਪਰੈ ਹੋਰ ਤਿਸ ਤੇ ਭਾਰ ਤਲੇ ਕਮਣ ਜੋਰ। ਬੜੀਆਂ ਸਾਰੀਆਂ ਐਸੀਆਂ ਧਰਤੀਆਂ ਨੇ, ਇੱਕ ਮਨ ਦੀ ਧਰਤੀ ਤੋਂ ਇਲਾਵਾ ਹੋਰ ਬੜੀਆਂ ਐਸੀਆਂ ਜਿਹਦੇ ਉੱਤੇ ਭਾਰ ਪਿਆ ਹੋਇਆ। ਤਿਸ ਤੇ ਭਾਰ ਤਲੇ ਕਮਣ ਜੋਰ, ਉਹਦੇ ਉੱਤੇ ਕਿਹੜਾ ਭਾਰ ਹੈ ਤੇ ਉਹ ਕਿਹਦੇ ਉੱਤੇ ਖੜੀ ਹੈ ਮੇਰੀ ਧਰਤੀ। ਇਹ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਮਨ ਅਹੰਕਾਰ ਦੀ ਅਹੰਕਾਰ ਹੈ ਨਾ, ਅਹੰਕਾਰ ਦੀ ਆਪਣੀ ਧਰਤੀ, ਉਹਦੀ ਇੱਕ ਆਪਣੀ ਹੋਂਦ ਹੈ। ਉਹਦੇ ਉੱਤੇ ਕਿਹੜਾ ਭਾਰ ਹੈ, ਮੇਰੇ ਉੱਤੇ ਅਹੰਕਾਰ ਦਾ ਭਾਰ ਹੈ। ਤੇ ਤਲੇ ਕੌਣ, ਕਿਸ ਚੀਜ਼ ਦੇ ਉੱਤੇ ਟਿਕਿਆ ਹੋਇਆ ਮੇਰਾ ਅਹੰਕਾਰ, ਉਹਦੇ ਥੱਲੇ ਜ਼ੋਰ ਕਿਸ ਚੀਜ਼ ਦਾ। ਮੇਰਾ ਅਹੰਕਾਰ ਮੇਰੇ ਰੁਤਬੇ ਤੇ ਟਿਕਿਆ ਹੋਇਆ, ਜਾਂ ਮੇਰੀ ਵੱਡੀ ਪਹੁੰਚ ਤੇ ਟਿਕਿਆ ਹੋਇਆ, ਜਾਂ ਮੇਰੇ ਧਨ ਦੌਲਤ ਨਾਲ ਉਹ ਅਹੰਕਾਰ ਟਿਕਿਆ ਹੋਇਆ। ਉਹਦੇ ਥੱਲੇ ਜ਼ੋਰ ਕਿਸ ਚੀਜ਼ ਦਾ। ਜਾਂ ਮੈਂ ਸਮਝਦਾ ਕਿ ਮੈਂ ਖੂਬਸੂਰਤ ਬਣਾ, ਉਹ ਅਹੰਕਾਰ ਮੇਰਾ ਉਸ ਤੇ ਟਿਕਿਆ ਹੋਇਆ। ਜਾਂ ਮੇਰੀ ਜਾਣ ਪਛਾਣ ਬੜੀ ਹੈ, ਜਾਂ ਮੇਰੀ ਸਰੀਰਕ ਤਾਕਤ ਬਹੁਤ ਹੈ। ਕਿਹੜੀ ਚੀਜ਼ ਹੈਗੀ ਹੈ ਜਿਸ ਦੇ ਉੱਤੇ ਉਹਦੇ ਤੱਲੇ ਜ਼ੋਰ ਕਿਹੜਾ ਹੈਗਾ, ਉਹ ਧਰਤੀ ਕਿਹਦੇ ਉੱਤੇ ਟਿਕੀ ਹੋਈ ਹੈ।
जी जात रंगा के नाव सबना लिखिया बुनी कलाम। जी जात रंगा सारे जी जात रंगा के नाव नाव भाव नियम ਇਹ ਸਾਰੇ ਜੀ ਜਾਤ ਜੰਤ ਜਿਹੜੇ ਨੇ ਇਹ ਕਿਹੜੇ ਨਿਯਮ ਦੇ ਵਿੱਚ ਬੰਨੇ ਹੋਏ ਨੇ ਸਾਰੇ ਇਹਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਉਹ ਨਾਮ ਭਾਵ ਉਹ ਨਿਯਮ ਦੇ ਕਿਹੜੇ ਨਿਯਮ ਦੇ ਬੰਨੇ ਹੋਏ ਨੇ। ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁਣੀ ਕਲਾਮ। ਇੱਕ ਹੋਰ ਚੀਜ਼ ਦੀ ਸਮਝ ਆਣੀ ਸ਼ੁਰੂ ਹੁੰਦੀ ਹੈ ਨਾਮ ਨਾਲ ਅਸੀਂ ਇਹ ਲਫ਼ਜ਼ ਬੜੀ ਵਾਰੀ ਸੁਣਿਆ ਹੋਇਆ ਬੁਣੀ ਕਲਾਮ। ਆਮ ਤੌਰ ਤੇ ਧਾਰਮਿਕ ਸਥਾਨਾਂ ਦੇ ਉੱਤੇ ਬੜੀ ਵਾਰੀ ਇਹ ਚੀਜ਼ ਅਸੀਂ ਸੁਣੀ ਹੈ ਕਿ ਜੋ ਲੇਖੇ 'ਚ ਲਿਖਿਆ ਉਹੀ ਕੁਝ ਹੋਣਾ ਜੀ। ਉਹ ਲੇਖਾ ਲਿਖਵਾ ਕੇ ਆਏ ਆ, ਮੱਥੇ ਲਿਖੇ ਭਾਗ ਕਿਸਮਤ ਦੀ ਮਿਟ ਨਹੀਂ ਸਕਦੇ, ਹੱਥ ਦੀਆਂ ਰੇਖਾਵਾਂ ਜੋ ਲਿਖ ਦਿੱਤਾ ਉਹ ਜੋ ਲਿਖਿਆ ਕਰਤਾਰ ਮੇਟ ਨਾ ਸਕੇ ਕੋਈ। ਇਹ ਬੜੀਆਂ ਸਾਰੀਆਂ ਚੀਜ਼ਾਂ ਸੁਣਦੇ ਆ ਨਾ। ਜੇ ਉਹੀ ਕੁਝ ਹੋਣਾ ਹੈ ਉਹ ਮਿਟਣਾ ਹੀ ਨਹੀਂ, ਉਹ ਕਿਤੇ ਉਹੀ ਸਭ ਕੁਝ ਲਿਖਿਆ ਹੋਇਆ ਤੇ ਫਿਰ ਇੱਥੇ ਕਰਨ ਕੀ ਆਏ ਆ? ਫਿਰ ਤਾਂ ਉਹੀ ਜਾਣਾ। ਫਿਰ ਸਾਨੂੰ ਕਿਉਂ ਬੁਲਾਉਂਦੇ ਉੱਥੇ ਇਹ ਕਰੋ ਉਹ ਕਰੋ? ਫਿਰ ਤਾਂ ਜੋ ਲਿਖਿਆ ਉਹਨੂੰ ਮਿਟਣਾ ਹੀ। ਲੇਖ ਨਾ ਮਿਟੇ ਉਹ ਸਾਨੂੰ ਵਿਆਖਿਆ ਕਰਕੇ ਦਿਖਾਉਂਦੇ ਨੇ ਜਦ ਮਿਟਣਾ ਹੀ ਨਹੀਂ ਉਹ। ਪਰ ਇੱਥੇ ਸਮਝ ਆਉਂਦੀ ਹੈ ਕਿ ਸਭਨਾ ਲਿਖਿਆ ਬੁਣੀ ਕਲਾਮ। ਬੁਣੀ ਕਲਾਮ ਹੁੰਦਾ ਇੱਕ ਤੇ ਹੁੰਦਾ ਕਲਾਮ ਹੁੰਦਾ ਬੜਾ ਲਿਖਿਆ ਹੋਇਆ ਬਹੁਤ ਕੁਝ। ਇੱਕ ਤਾਂ ਹੁੰਦਾ ਕਲਾਮ ਹੁੰਦਾ ਕੁਝ ਲਿਖਿਆ ਹੋਇਆ ਜਿਸ ਨੂੰ ਕਹਿੰਦੇ ਮੈਂ ਕਲਾਮ ਲਿਖਿਆ ਉਹਨੇ। ਬੁਣੀ ਕਲਾਮ ਹੁੰਦਾ ਜੋ ਐਸਾ ਕਲਾਮ ਜਿਹੜਾ ਕੰਟੀਨਿਊਸਲੀ ਲਿਖਿਆ ਜਾ ਰਿਹਾ ਹਰ ਵੇਲੇ। ਕਲਮ ਹੁੰਦੀ ਹੈ ਇੱਕ ਕਲਾਮ ਹੁੰਦਾ, ਕਲਮ ਹੁੰਦੀ ਲਿਖਣ ਵਾਲੀ, ਉਹ ਕਲਾਮ ਹੁੰਦਾ ਲਿਖਿਆ ਜਾ ਰਿਹਾ ਜੋ ਲਿਖਿਆ ਜਾ ਰਿਹਾ। ਬੁਣੀ ਕਲਾਮ ਜਿਹੜਾ ਹਰ ਵੇਲੇ ਲਿਖਿਆ ਜਾਂਦਾ ਕੰਟੀਨਿਊਸਲੀ ਲਿਖਿਆ ਜਾ ਰਿਹਾ ਹਰ ਵੇਲੇ। ਉਹ ਕੀ ਹੈਗਾ? ਸਾਰਿਆਂ ਨੇ ਲਿਖ ਰਹੇ ਆ ਉਹ ਕਲਾਮ। ਉਹ ਹੈਗੇ ਨੇ ਸਾਡੇ ਕਰਮ। ਜੋ ਅਸੀਂ ਕਰਮ ਕਰ ਰਹੇ ਹਾਂ ਅਸੀਂ ਇੱਥੇ ਬੈਠੇ ਆਏ ਹਾਂ ਸੁਣ ਰਹੇ ਹਾਂ ਇੱਥੇ ਆਏ ਆ ਕਰਮ ਹੈ ਸਾਡਾ। ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਕੋਈ ਵੀ ਦਿਨ ਦੇ ਵਿੱਚ ਐਸਾ ਪਲ ਸੈਕਿੰਡ ਨਹੀਂ ਹੁੰਦਾ ਜਿਹਦੇ ਵਿੱਚ ਸਾਡਾ ਕੋਈ ਕਰਮ ਨਹੀਂ ਹੋ ਰਿਹਾ ਹੁੰਦਾ। ਕੁਛ ਨਾ ਕੁਛ ਤਾਂ ਕਰ ਹੀ ਰਹੇ ਹੁੰਦੇ ਜ਼ਿੰਦਗੀ ਤੋਂ ਲੈ ਕੇ ਹੁਣ ਜੰਮ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਹਰ ਵੇਲੇ ਕੋਈ ਨਾ ਕੋਈ ਸਾਡੀ ਜਿਹੜੀ ਐਕਟੀਵਿਟੀ ਚੱਲਦੀ ਹੁੰਦੀ ਹੈ। ਸੋ ਰਹੇ ਹੁੰਦੇ ਉਹ ਵੀ ਕਰਮ ਹੈ, ਲਿਖ ਰਹੇ ਹਾਂ ਉਹ ਵੀ ਕਰਮ ਹੈ, ਦੇਖ ਰਹੇ ਹਾਂ ਉਹ ਵੀ ਕਰਮ ਹੈ, ਪੜ੍ਹ ਰਹੇ ਹਾਂ ਉਹ ਵੀ ਕਰਮ ਹੈ, TV ਦੇਖ ਰਹੇ ਹਾਂ, ਸੁਣ ਰਹੇ ਹਾਂ, ਮੋਬਾਈਲ ਕੁਛ ਵੀ ਦੇਖ ਰਹੇ ਹਾਂ, ਕੁਛ ਵੀ ਸੁਣ ਰਹੇ ਪਰ ਉਹ ਸਾਡਾ ਕਰਮ ਹੈ। ਉਹ ਹਰ ਬੰਦਾ ਉਹ ਜਿਹੜਾ ਉਹ ਆਪਣੇ ਹੱਥ ਦੇ ਨਾਲ ਆਪਣੀ ਕਲਮ ਦੇ ਨਾਲ ਹਰ ਵੇਲੇ ਉਹ ਲਿਖਿਆ ਜਾ ਰਿਹਾ ਉਹਦਾ ਉਹ ਆਪਣੇ ਆਪ ਲਿਖ ਰਿਹਾ। ਸਭਨਾ ਲਿਖਿਆ ਬੁਣੀ ਕਲਾਮ। ਉਹ ਬੁਣੀ ਕਲਾਮ ਉਹ ਕੰਟੀਨਿਊਟੀ ਦੇ ਵਿੱਚ ਉਹ ਹਰ ਵੇਲੇ ਲਿਖਦਾ ਜਾ ਰਿਹਾ। ਇਹ ਲੇਖਾ ਲਿਖ ਜਾਣਾ ਕੋਏ। ਜਿਹਨੂੰ ਇਹ ਸਮਝ ਆ ਗਈ ਇਹ ਲੇਖਾ ਲਿਖ ਕੇ ਜਿਹੜਾ ਜਾਣਦਾ ਕਿ ਮੈਂ ਲਿਖਿਆ ਭਾਵ ਉਹਨੂੰ ਪਤਾ ਕਿ ਮੈਂ ਪਿੱਛੇ ਕੀ ਕਰਕੇ ਆਇਆ। ਅੱਜ ਕਈ ਵਾਰੀ ਦਿੱਕਤ ਹੁੰਦੀ ਨਾ ਸਾਨੂੰ ਕੋਈ ਗੱਲ ਹੋ ਜਾਏ ਨਾ ਅਸੀਂ ਕਹਿੰਦੇ ਆ ਉਹ ਪਤਾ ਨਹੀਂ ਮੇਰੇ ਨਾਲ ਹੀ ਇਹੋ ਜਿਹਾ ਕਿ ਮੇਰੇ ਨਾਲ ਹੀ ਕਿਉਂ ਹੋਇਆ, ਪਤਾ ਨਹੀਂ ਮੈਂ ਰੱਬ ਦਾ ਕੀ ਵਿਗਾੜਿਆ, ਪਤਾ ਨਹੀਂ ਮੈਂ ਕਿਹੜੇ ਮਾਂ ਪੁੱਟੇ ਨੇ, ਪਤਾ ਨਹੀਂ ਮੈਂ ਕੀ ਕਸੂਰ ਕੀਤਾ, ਪਤਾ ਨਹੀਂ ਮੈਂ ਕੀ ਕੀਤਾ, ਸਾਡੇ ਨਾਲ ਹੀ ਰੱਬ ਕਿਉਂ ਇਹੋ ਜਿਹਾ ਕਰਦਾ। ਲੇਕਿਨ ਉਹ ਜਿਹੜਾ ਲੇਖਾ ਲਿਖ ਕੇ ਆਇਆ ਨਾ ਪਿੱਛੇ ਉਹਨੂੰ ਯਾਦ ਨਹੀਂ ਰਹਿੰਦਾ ਮੈਂ ਕੀ ਲਿਖ ਕੇ ਆਇਆ ਸੀ ਪਿੱਛੇ। ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੂ ਬਾਬਾ ਰੇ, ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਰਮ ਕਰ ਰਿਹਾ ਤਾਂ ਇਹਦੀ ਗੱਤ ਕੀ ਹੋਣੀ ਅੱਗੇ ਜਾ ਕੇ ਮੈਨੂੰ ਰਿਜ਼ਲਟ ਕੀ ਮਿਲਣੇ ਨੇ। ਪਰ ਜਿਹਨੂੰ ਉਹਦੀ ਸਮਝ ਆ ਗਈ ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਇਆ, ਜਿਹੜਾ ਲਿਖਿਆ ਸੀ ਉਹ ਹੋਇਆ। ਇਹਦੀ ਇਹ ਰੱਬੀ ਨਿਯਮ ਸਮਝ ਆਉਂਦਾ, ਇਹ ਹੁਕਮ ਸਮਝ ਆਉਂਦਾ ਉਦੋਂ। ਇਹ ਲੇਖਾ ਲਿਖ ਜਾਣਾ ਕੋਏ। ਉਹ ਕੋਏ ਜਿਹੜਾ ਨਾ ਇਹ ਉਹੀ ਹੈ ਜੇ ਕੋ ਮਨ ਜਾਣਾ ਮਨ ਕੋਏ। ਉਹ ਜਿਹੜਾ ਵਿਰਲਾ ਮਨ ਉਹ ਯੂਨੀਕ ਪਰਸਨੈਲਿਟੀ ਉਸੇ ਨੂੰ ਸਮਝ ਆਉਂਦੀ ਹੈ। ਇਹ ਲੇਖਾ ਲਿਖ ਜਾਣਾ ਕੋਏ। ਕੋਏ ਕੌਣ ਹੈ? ਉਹੀ ਵਾਲਾ ਜੇ ਕੋ ਮਨ ਜਾਣਾ ਮਨ ਕੋਏ, ਜਿਹੜਾ ਕੋਏ ਬਣ ਚੁੱਕਾ ਹੈ ਉਹਨੂੰ ਹੀ ਇਹ ਗੱਲ ਸਮਝ ਆਉਂਦੀ, ਉਹਨੂੰ ਰੱਬੀ ਨਿਯਮ ਸਮਝ ਆਉਂਦਾ। ਕੇਤਾ ਤਾਣ ਸਵਾਲਿਓ ਰੂਪ। ਕੇਤਾ ਤਾਣ ਭਾਵ ਉਹ ਇਹ ਜਿਹੜਾ ਮੇਰਾ ਤਾਣ ਹੈ, ਮੇਰੀ ਤਾਕਤ ਹੈ। ਸਵਾਲਿਓ ਰੂਪ ਇਹ ਜਿਹੜਾ ਰੂਪ ਹੈ, ਜੋ ਕੁਝ ਮੈਨੂੰ ਪ੍ਰਾਪਤ ਹੋਇਆ। ਕੇਤੀ ਦਾਤ ਜਾਣੇ ਕੌਣ ਕੂਤ। ਇਹ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਲੱਗਣਾ ਸ਼ੁਰੂ ਹੁੰਦਾ।
ਕਿ ਜਬ ਜੋ ਕੁਝ ਮੈਨੂੰ ਪ੍ਰਾਪਤੀ ਹੈ, ਜੋ ਕੁਝ ਮੈਨੂੰ ਮਿਲ ਰਿਹਾ ਹੈ, ਚਾਹੇ ਉਹ ਚੰਗਾ ਹੈ ਚਾਹੇ ਮਾੜਾ ਹੈ, ਇਹਦੇ ਪਿੱਛੇ ਕਿਹੜਾ ਲੇਖਾ ਹੈ, ਕੀ ਕਾਰਨ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਕੀਤਾ ਪਸਾਓ ਭਾਵ ਜਿੰਨਾ ਵੀ ਪਸਾਰਾ ਹੈ, ਮੇਰੇ ਅੰਦਰ ਦਾ ਵੀ ਔਰ ਮੇਰੇ ਬਾਹਰ ਦਾ ਵੀ, ਇੱਕੋ ਕਵਾਓ ਭਾਵ ਕਵਾਓ ਦਾ ਕਥਨ ਜਾਂ ਬਚਨ, ਜਿਹਨੂੰ ਅਸੀਂ ਕਵਾਓ ਮੂੰਹ ਚੋਂ ਬੋਲਿਆ ਹੋਇਆ ਇੱਕ ਬਚਨ ਨੂੰ ਕਵਾਓ ਕਹਿੰਦੇ ਨੇ। ਉਹ ਉਸ ਕਵਾਓ ਦਾ ਮਤਲਬ ਵੀ ਮੂੰਹ ਚੋਂ ਲਫ਼ਜ਼ ਦਾ ਵੀ ਮਤਲਬ ਹੁੰਦਾ ਹੁਕਮ ਹੀ ਹੈ। ਜਦ ਕਹਿੰਦੇ ਨਾ ਇਹਦੇ ਮੂੰਹ ਚੋਂ ਇਹਨੇ ਜੋ ਮੂੰਹ ਕਹਿਤਾ ਬਸ ਹੋ ਗਿਆ, ਸਮਝੋ ਉਹ ਮੂੰਹ ਚੋਂ ਕਹਿਤਾ ਹੋਣਾ ਚਾਹੀਦਾ, ਮਤਲਬ ਉਹਦਾ ਹੁਕਮ। ਜਿੰਨਾ ਵੀ ਪਸਾਰਾ ਜਿਹੜਾ ਦਿਖ ਰਿਹਾ, ਭਾਵੇਂ ਮੇਰੇ ਅੰਦਰ ਦਾ ਪਸਾਰਾ ਭਾਵੇਂ ਬਾਹਰ ਦਿਖਦਾ ਪਸਾਰਾ ਨਜ਼ਰ ਆਉਂਦਾ, ਇੱਕੋ ਕਵਾਓ ਉਸੀ ਰੱਬੀ ਨਿਯਮ ਉਸੀ ਹੁਕਮ ਦੇ ਅਨੁਸਾਰ ਹੀ ਬਣਿਆ ਚੱਲਿਆ ਹੈ। ਤਿਸਤੇ ਹੋਏ ਲਖ ਦਰਿਆਓ, ਕਈ ਦਰਿਆ ਲੱਖਾਂ ਦਰਿਆ ਮੇਰੇ ਅੰਦਰ ਜਿਹੜੇ ਨੇ ਉਹ ਵਗਣੇ ਸ਼ੁਰੂ ਹੋਏ ਨੇ। ਉਹ ਦਰਿਆ ਕਿਹੜੇ ਕਿਹੜੇ ਨੇ, ਅਗਲੀ ਪੌੜੀਆਂ 'ਚ ਫਿਰ ਅਸੀਂ ਇਹਨੂੰ ਸਮਝਾਂਗੇ। ਅਗਲੀ ਪੌੜੀਆਂ 'ਚ ਉਹਨਾਂ ਦਰਿਆਵਾਂ ਦਾ ਜ਼ਿਕਰ ਹੈ। ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਆ ਰੱਬੀ ਹੁਕਮ ਨੂੰ ਅਸੀਂ ਸਮਝ ਕੇ, ਉਸ ਰੱਬੀ ਹੁਕਮ ਦੇ ਉਸ ਆਧਾਰ ਨੂੰ ਬਣਾ ਕੇ ਅਸੀਂ ਇਹ ਸਾਰੇ ਜਪਜੀ ਦੀ ਬਾਣੀ ਦੀ ਵਿਚਾਰ ਸ਼ੁਰੂ ਕੀਤੀ ਹੈ। ਔਰ ਕਈ ਵਾਰੀ ਕੋਈ ਨਵੀਂ ਵਿਚਾਰ ਹੁੰਦੀ ਹੈ ਤਾਂ ਕਈਆਂ ਨੂੰ ਲੱਗਦਾ ਕਿ ਬਈ ਇੱਕਦਮ ਜੋ ਲਿਖੇ ਹੋਏ ਅਰਥ ਨੇ ਪੁਰਾਣੇ ਸਾਨੂੰ ਮਿਲੇ ਉਸ ਤੋਂ ਇੱਕਦਮ ਡਿਫਰੈਂਟ ਨਵੇਂ ਆਏ ਨੇ ਜਾਂ ਕਿੱਥੋਂ ਆਏ ਨੇ। ਮੈਨੂੰ ਨਹੀਂ, ਮੈਂ ਕੋਈ ਕਿਤਾਬ ਨਹੀਂ ਪੜ੍ਹੀ ਜਾਂ ਉਸ ਤਰੀਕੇ ਨਾਲ ਨਹੀਂ, ਨਾ ਮੇਰੇ ਕੋਲ ਡਿਗਰੀ ਕੋਈ ਇਹੋ ਜਿਹੀ ਹੈਗੀ ਹੈ। ਜੋ ਮੈਨੂੰ ਸਮਝ ਆਉਂਦੀ ਹੈ, ਜੋ ਮੇਰੇ ਧਿਆਨ 'ਚ ਆਉਂਦੀ ਹੈ, ਜੋ ਮੈਨੂੰ ਉਸ ਲੜੀਵਾਰ ਕਿਉਂਕਿ ਹਰ ਇੱਕ ਪੌੜੀ ਦਾ ਪੌੜੀ ਅਸੀਂ ਪਹਿਲੇ ਵੀ ਜ਼ਿਕਰ ਕੀਤਾ ਕਿ ਇੱਕ ਪੌੜੀ ਦੂਜੀ ਪੌੜੀ ਨਾਲ ਜੁੜੀ ਹੋਈ ਹੈ, ਉਹਨੂੰ ਅਸੀਂ ਵੱਖਰਾ ਕਰਕੇ ਨਹੀਂ ਦੇਖ ਸਕਦੇ ਕਿ ਵਿੱਚ ਇੱਕ ਨਵਾਂ ਟੌਪਿਕ ਸ਼ੁਰੂ ਹੋ ਗਿਆ, ਇੱਕੋ ਪੌੜੀ ਦੇ ਵਿੱਚ ਹੀ ਨਵੀਂ ਚੀਜ਼ ਸ਼ੁਰੂ ਹੋ ਗਈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਲੜੀਵਾਰ ਹੈ ਪੂਰੀ ਜਪਜੀ ਸਾਹਿਬ ਨੂੰ ਸਮਝਣ ਦਾ ਯਤਨ ਕਰੀਏ। ਅਗਲੇ ਆਉਣ ਵਾਲੀ ਪੌੜੀਆਂ 'ਚ ਅਸੀਂ ਹੋਰ ਨੂੰ ਸਮਝਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।